ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਕਲਗੀਧਰ ਦਸਮੇਸ਼ ਪਿਤਾ ਪੂਰਵ ਜਨਮ ਦੇ ਦੁਸ਼ਟ ਦਮਨ ਨੇ ਇਸ ਮਹਾਨ ਪਵਿੱਤਰ ਅਸਥਾਨ 'ਤੇ ਅਵਤਾਰ ਧਾਰਿਆ। ਪਾਤਸ਼ਾਹ ਜੀ ਨੇ ਆਪਣੀ ਜਨਮ ਭੂਮੀ ਦੀ ਮਹਿਮਾ ਆਪ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ, ਜੋ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਖੇ ਦਰਜ ਕੀਤਾ ਹੈ ਕਿ ਜਨਮ ਭੂਮ ਪਟਨਾ ਹੈ ਮੇਰੀ, ਮਹਿਮਾ ਮਹਾ ਵਿਲੋਕਨ ਕੇਰੀ। जन्म स्थानी दर्शन कर हैं, जन्म जन्म के कलमल हर हैं। सतगुरु कहो जन्म स्थान, करो बेनती तहाँ बखान। सगल मनोरथ मन को पूरा, थापन कियो अपन पंगूड़ा। बाल गोबिंद राय जी ने जो बाल अवस्था में पंगूड़े साहिब ते विराजमान रहे हैं, सिख संगतां नूं पटना साहिब दीआं सिख संगतां नूं दिलासा दिंदियां होया कहा कि साढ़े जन्म अस्थान ते जो आ करके अरदासां बेनतियां करेगा ਉਹਦੇ ਸਾਰੇ ਮਨੋਰਥ ਪੂਰਨ ਹੋਣਗੇ, ਕਿਉਂਕਿ ਅਸਾਂ ਨੇ ਆਪਣਾ ਪੰਘੂੜਾ ਸਥਾਪਨ ਕੀਤਾ ਹੈ। ਸਰਦਾ ਭਾਵਨਾ ਦੇ ਨਾਲ ਜੋ ਸਾਡੇ ਗਾਤਰੇ ਦੇ ਸ਼ਸਤਰਾਂ ਦੇ ਦਰਸ਼ਨ ਅਤੇ ਪੰਘੂੜਾ ਸਾਹਿਬ ਦੇ ਦਰਸ਼ਨ ਕਰੇਗਾ, ਉਸ ਨੂੰ ਮਨ ਬਾਂਛਤ ਫਲ ਦੀ ਪ੍ਰਾਪਤੀ ਹੋਵੇਗੀ। कलगीधर दशमेश पिता जी ने अपनी जन्म कथा बचित्र नाटक विच आप उच्चारण की है। पूर्व जन्म विच नाम दुष्ट दमन सी, हेमकुंड पर्वत ते बड़ी भारी तपस्या की। आप अपनी जन्म कथा लिखते हैं कि हेमकुंड पर्वत है जहाँ शब्द श्रृंग शोभत है, तहाँ शब्द श्रृंग तह नाम कहावा। फंड राज है जो कमावा, तय हम अदक तपस्या साधी। महाकाल काल का आराधी, ए विद कर तपस्या भयो। द्वैते एक रूप होए गयो। हेमकुंड पर्वत ते बड़ी भारी तपस्या की। सो जिस वेले पहला नांदेड़ साहिब तप करते रहे, जो नौ नंद नाल गुरु साहिब जी दे तप करते सन, उन्होंने नौ नंदा के नाम ते शहर का नाम नांदेड़ पिया। जदों लोगों की आवाजाई बहुत बढ़ गई तो गुरु साहिब जी उत्थों उठ करके नांदेड़ की धरती छड़ के हेमकुंड पर्वत ते जाके बड़ी भारी तपस्या की। दो तो एक रूप हो गए। अकाल पुरख वाहिगुरु ने तप करदियां मात लोक विच भेजिया। दसम ग्रंथ साहिब विच बाणी है, श्री अकाल पुरख बाच इस कीड़ परती। अपने आप को एक निक्का कीड़ा दस्या है दशमेश पिता जी ने। मैं एक निक्के कीड़े परती अकाल पुरख वाहिगुरु ने हुक्म किया कि मैं अपना सुध तोहे निवाजा। पंथ परचुर करबे कब साजा, जाए तहाँ तय धर्म चलाए। कुबुद करन ते लोक हटाए। मात लोग भी जाओ
ਉਥੇ ਕੁਬੁੱਧੀ ਕਰਨ ਤੋਂ ਲੋਕਾਂ ਨੂੰ ਹਟਾਓ, ਸੰਤਾਂ ਨੂੰ ਸੁਖ ਪ੍ਰਦਾਨ ਕਰੋ, ਦੁਸ਼ਟਾਂ ਦਾ ਸੰਘਾਰ ਕਰੋ। ਕਲਗੀਧਰ ਦਸਮੇਸ਼ ਪਿਤਾ ਜੀ ਫਰਮਾਉਂਦੇ ਹਨ, ਚਿਤ ਨ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਵਿਖੇ ਸੁਰਤੀ ਬਿਰਤੀ ਜੁੜੀ ਹੋਈ ਸੀ। ਮੇਰਾ ਚਿੱਤ ਨਹੀਂ ਚਾਹੁੰਦਾ ਸੀ ਮਾਤ ਲੋਕ ਵਿੱਚ ਆਉਣ ਦਾ। ਜਿਵੇਂ ਕਿਵੇਂ ਸਮਝਾ ਕਰਕੇ ਸਾਨੂੰ ਭੇਜਿਆ ਤਾਂ ਅਸੀਂ ਤਬ ਹਮ ਜਨਮ ਕਲੂ ਮਹਿਲੀਆ, ਤਦ ਅਸੀਂ ਕਲਯੁਗ ਦੇ ਵਿੱਚ ਇਸ ਸਥਾਨ 'ਤੇ ਆ ਕਰਕੇ ਜਨਮ ਲਿਆ। ਕਲਗੀਧਰ ਦਸਮੇਸ਼ ਪਿਤਾ ਜੀ ਆਪ ਉਚਾਰਨ ਕਰਦੇ ਹਨ, ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਆਗਿਆ ਕੀਤੀ ਕਿ ਜਾਓ ਮਾਤ ਲੋਕ ਵਿੱਚ ਆ ਕੇ ਅਵਤਾਰ ਧਾਰੋ, ਤਾਂ ਮੈਂ ਬੇਨਤੀ ਕੀਤੀ, ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਹੇ ਅਕਾਲ ਪੁਰਖ ਵਾਹਿਗੁਰੂ, ਜਦੋਂ ਤੁਸੀਂ ਸਹਾਇਤਾ ਕਰੋਗੇ ਤਾਂ ਹੀ ਪੰਥ ਜਗਤ ਵਿੱਚ ਚੱਲੇਗਾ। ਸੋ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਅਨੁਸਾਰ ਦਸਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਸੋ ਸਰੀਰ ਤਿਆਗਣ ਤੋਂ ਪਹਿਲਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਉਸ ਵੇਲੇ ਵਚਨ ਕੀਤਾ ਹੈ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚਾ ਹੈ ਖੋਜ ਸ਼ਬਦ ਮੈਂ ਲੈ। ਸੋ ਸਾਧ ਸੰਗਤ ਜੀ, ਜੋ ਲੜੀਵਾਰ ਕਥਾ ਚੱਲ ਰਹੀ ਹੈ ਛੇਵੇਂ ਪਾਤਸ਼ਾਹ ਜੀ ਦੀ, ਅੱਜ ਦਸਮੇਸ਼ ਪਿਤਾ ਜੀ ਦੀ ਕਥਾ ਆਰੰਭ ਹੋਣੀ ਸੀ, ਪਰ ਪੋਥੀ ਉਪਲਬਧ ਨਾ ਹੋਣ ਕਰਕੇ ਉਹੀ ਪਿਛਲੀ ਕਥਾ ਲੜੀਵਾਰ ਚੱਲ ਰਹੀ ਹੈ। ਕੱਲ੍ਹ ਨੂੰ ਦਸਮੇਸ਼ ਪਿਤਾ ਜੀ ਦੀ ਕਥਾ, ਜਨਮ ਕਥਾ ਜੋ ਹੈ ਅਵਤਾਰ ਧਾਰਨ ਦੀ, ਉਹ ਆਪਾਂ ਸਰਵਣ ਕਰਾਂਗੇ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਦਾ ਸੰਸਕਾਰ ਕੀਤਾ ਹੈ। ਵੱਡਾ ਪੋਤਰਾ ਧੀਰਮਲ ਤਾਂ ਆਇਆ ਨਹੀਂ, ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਦੇ ਹੱਥੀਂ ਸਾਰੀ ਕਿਰਿਆ ਰਸਮ ਕਰਵਾਈ। ਜੋ ਸੋਢੀ ਕੁਲ ਦੀ ਮਰਜ਼ਾਦਾ ਸੀ ਉਹ ਸਾਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਨਿਭਾਈ। ਔਰ ਸ਼ੁਰੂ ਤੋਂ ਹੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਬਹੁਤ ਜ਼ਿਆਦਾ ਰੁਖ ਸੀ, ਬਹੁਤ ਪ੍ਰੇਮ ਪਿਆਰ ਸੀ। ਜਦੋਂ ਛੇਵੇਂ ਪਾਤਸ਼ਾਹ ਜੀ ਦਾ ਅੰਤ ਸਮਾਂ ਆਉਂਦਾ ਹੈ, ਉਸ ਸਮੇਂ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੇਣਗੇ। ਬਾਕੀ ਦੋਵੇਂ ਮਾਤਾਵਾਂ ਨਾਰਾਜ਼ ਹੋ ਜਾਂਦੀਆਂ ਹਨ, ਪਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਸ ਨੂੰ ਧੁਰੋਂ ਬਖਸ਼ਿਸ਼ ਹੁੰਦੀ ਹੈ ਉਹੀ ਤਖਤ 'ਤੇ ਬੈਠਦਾ। ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ, ਤਖਤ 'ਤੇ ਉਹੀ ਬੈਠ ਸਕਦਾ ਜੋ ਤਖਤ 'ਤੇ ਬੈਠਣ ਦੇ ਲਾਇਕ ਹੋਵੇ। ਸੋ ਇਸ ਤਰ੍ਹਾਂ ਕਥਾ ਲੜੀਵਾਰ ਚੱਲ ਰਹੀ ਹੈ। ਆਪਾਂ ਸਾਵਧਾਨ ਇਕਾਗਰਚਿਤ ਹੋ ਕਰਕੇ ਅਗਲੀ ਕਥਾ ਸਰਵਣ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋਂ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋਂ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਨਰ ਨਾਰੀ ਨਿਤ ਪ੍ਰਤ ਨਏ, ਕੀਰਤਪੁਰ ਮਹਿ ਆਏ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ, ਜੋ ਸ੍ਰੀ ਗੁਰੂ ਗੁਰਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਰਾਸ ਦੀ ਕਥਾ ਚੱਲ ਰਹੀ ਹੈ। ਇਸਤਰੀ ਪੁਰਸ਼ ਨਿਤ ਕੀਰਤਪੁਰ ਸਾਹਿਬ ਵਿਖੇ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਆ ਰਹੀਆਂ ਹਨ। ਸੰਬੰਧੀ ਸਿੱਖ ਸੰਗਤਾਂ ਰੋਦਤ ਸੋਕ ਵਧਾਏ। ਗੁਰੂ ਸਾਹਿਬ ਜੀ ਦੇ ਸੰਬੰਧੀ ਰਿਸ਼ਤੇਦਾਰ ਤੇ ਸਿੱਖ ਸੰਗਤਾਂ ਵੀ ਬਹੁਤ ਸੋਗ ਵਧਾ ਕੇ ਕੀਰਤਪੁਰ ਸਾਹਿਬ ਆ ਰਹੇ ਹਨ। ਗੁਰੂ ਸਾਹਿਬ ਜੀ ਨੇ ਆਪਣੇ ਸਾਰੇ ਸੰਬੰਧੀਆਂ ਨੂੰ ਜਿੱਥੇ ਕਿੱਥੇ
ਬਟਾਲੇ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਸਾਰੇ ਨਗਰਾਂ ਪਿੰਡਾਂ ਵਿਖੇ ਸੱਦਾ ਭੇਜਿਆ ਸੀ ਤੇ ਉਹ ਸਾਰੇ ਖਬਰ ਸੁਣ ਕੇ ਆ ਰਹੇ ਹਨ। ਚੌਪਏ ਅਲਪ ਬੈਸ ਮਹਿ ਸ੍ਰੀ ਹਰਿ ਰਾਏ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਛੋਟੀ ਅਵਸਥਾ ਹੈ। ਕਿਰਿਆ ਪਿਤਾ ਹਿਤ ਕਰਹਿ ਬਨਾਏ। ਆਪਣੇ ਪਿਤਾ ਦੇ ਜੀ ਦੇ ਨਿਮਿਤ, ਬਾਬਾ ਗੁਰਦਿੱਤਾ ਜੀ ਦੇ ਨਿਮਿਤ ਸੋਢੀ ਕੁਲ ਦੀ ਮਰਜ਼ਾਦਾ ਅਨੁਸਾਰ ਸਾਰੀ ਕਿਰਿਆ ਨਿਭਾ ਰਹੇ ਹਨ। ਬੀਨ ਪੁਸਪ ਸੁਰ ਸਰ ਪਹੁੰਚਾਏ। ਔਰ ਫੁੱਲ ਚੋਕ ਕਰਕੇ ਔਰ ਸੁਰਸਰ ਗੰਗਾ ਨਦੀ ਵਿੱਚ ਪ੍ਰਵਾਹ ਕੀਤਾ, ਫੁੱਲ ਪ੍ਰਵਾਹ ਕੀਤੇ। ਅਪਰ ਜਥੋ ਚਿਤ ਵਿਧੀ ਕਰਾਏ। ਹੋਰ ਜਥਾ ਵਿਧੀ ਅਨੁਸਾਰ ਜੋ ਸੋਢੀ ਕੁਲ ਦੀ ਮਰਜ਼ਾਦਾ ਸੀ ਉਹ ਸਾਰੀ ਕੀਤੀ। ਦਿਵਸ 3-10 ਜਬ ਹੈ ਬਿਤਾਏ। ਜਦੋਂ 10 ਤੇ 3 13 ਦਿਨ ਬਤੀਤ ਹੋਏ, ਭਇਓ ਸਮਾਜ ਮਨੁਜ ਸਮੁਦਾਏ। ਸਾਰਾ ਸਾਜੋ ਸਮਾਜ ਇਕੱਠਾ ਹੋਇਆ, ਸਾਰੇ ਲੋਕੀ, ਸਾਰੇ ਰਿਸ਼ਤੇਦਾਰ ਇਕੱਠੇ ਹੋਏ। ਜਹ ਲੋ ਪਹੁੰਚ ਆਏ ਬੇਕੇਰੀ। ਔਰ ਜਿੱਥੋਂ ਕਿੱਥੋਂ ਸਾਰੇ ਆ ਕੇ ਪਹੁੰਚਦੇ ਪਏ ਹਨ। ਮਿਲੀ ਸੰਗਤੈ ਆਨ ਕਨੇਰੀ। ਬਹੁਤ ਸਾਰੀਆਂ ਸੰਗਤਾਂ ਬਹੁਤ ਗਿਣਤੀ ਵਿੱਚ, ਵੱਡੀ ਗਿਣਤੀ ਵਿੱਚ ਆ ਕੇ ਪਹੁੰਚੀਆਂ ਕੀਰਤਪੁਰ ਸਾਹਿਬ। ਜੋਧ ਰਾਏ ਅਰ ਸਾਹਿਬ ਭਾਨਾ। ਭਾਈ ਜੋਧ ਰਾਏ ਆਪਣੇ ਭਰਾ ਸਲੇਮ ਸ਼ਾਹ ਦੇ ਨਾਲ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਪਾਨਾ ਜੀ। ਸ੍ਰੀ ਹਰਿ ਗੋਬਿੰਦ ਸੰਗ ਬਖਾਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਾਈ ਦੋਵੇਂ ਇਉਂ ਕਹਿਣ ਲੱਗੇ, ਬੇਨਤੀ ਕਰਨ ਲੱਗੇ। ਸਿਰ ਗੁਰ ਦਿੱਤੇ ਕੇ ਜੁਗ ਆਨੰਦ। ਬਾਬਾ ਗੁਰਦਿੱਤਾ ਜੀ ਦੇ 2 ਸਪੁੱਤਰ ਹਨ। ਧੀਰ ਮਲ ਹੈ ਬੈਸ ਬਿਲੰਦ। ਧੀਰ ਮਲ ਵੱਡਾ ਪੁੱਤਰ ਹੈ। ਸੋ ਨਹਿ ਚਲ ਕੀਰਤਪੁਰ ਉਹ ਚੱਲ ਕੇ ਕੀਰਤਪੁਰ ਸਾਹਿਬ ਨਹੀਂ ਆਇਆ। ਉਸ ਦੇ ਮਨ 'ਚ ਖੋਟ ਸੀ, ਤੁਰਕਾਂ ਦੇ ਨਾਲ ਮਿਲ ਗਿਆ। ਤੁਰਕਾਂ ਵੱਲ ਚਿੱਠੀ ਭੇਜੀ ਕਿ ਮੈਂ ਤੁਹਾਡੇ ਅਨੁਸਾਰੀ ਹੋ ਕੇ ਰਹਾਂਗਾ, ਜਿਵੇਂ ਆਮ ਪ੍ਰਜਾ ਰਹਿੰਦੀ ਹੈ ਉਵੇਂ ਅਸੀਂ ਰਹਾਂਗੇ। ਸੋ ਇਉਂ ਉਹ ਧੀਰਮਲ ਦੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਪਾਵਨ ਸਰੂਪ ਸੀ, ਜਿਸ ਕਰਕੇ ਆਪ ਦੀ ਪੂਜਾ ਕਰਵਾਉਂਦਾ ਸੀ। ਉਹ ਇਸ ਕਰਕੇ ਉਹ ਨਹੀਂ ਆਇਆ ਕਿ ਦਾਦਾ ਗੁਰੂ ਜੀ ਉਹ ਗ੍ਰੰਥ ਖੋਹ ਲੈਣਗੇ, ਫਿਰ ਮੇਰੀ ਪੂਜਾ ਕਿਵੇਂ ਹੋਵੇਗੀ। ਇਸ ਲਈ ਉਹ ਕਰਤਾਰਪੁਰ ਸਾਹਿਬ ਹੀ ਰਹਿ ਪਿਆ, ਨਹੀਂ ਆਇਆ ਕੀਰਤਪੁਰ ਸਾਹਿਬ। ਟੁੱਟਿਓ ਸਭਿਨ ਤੇ ਕਿਆ ਲਖ ਪਾਵਾ। ਔਰ ਸਾਰਿਆਂ ਤੋਂ ਨਾਤਾ ਤੋੜ ਲਿਆ। ਮਨ 'ਚ ਸੋਚਿਆ ਕਿ ਦਾਦਾ ਗੁਰੂ ਜੀ ਪਾਸੋਂ ਸਾਨੂੰ ਕੀ ਮਿਲਣਾ ਹੈ। ਪਿਤ ਪਰਲੋਕ ਪਇਓ ਅਸ ਸਮਾ। ਔਰ ਪਿਤਾ ਬਾਬਾ ਗੁਰਦਿੱਤਾ ਜੀ ਤਾਂ ਪਰਲੋਕ ਗਮਨ ਕਰ ਗਏ। ਐਸਾ ਦੁਖਦਾਈ ਸਮਾਂ ਵੀ ਆਇਆ। ਆਏ ਨਾ ਪਹੁੰਚਿਓ ਕੀਨ ਨਾ ਗਮਾ। ਔਰ ਨਾ ਗਮ ਕੀਤਾ, ਨਾ ਆ ਕੇ ਪਹੁੰਚਿਆ, ਨਾ ਅਫਸੋਸ ਕੀਤਾ। ਦੇਨੀ ਬਨੈ ਅਬੈ ਦਸਤਾਰ। ਹੁਣ ਵੱਡੇ ਪੁੱਤਰ ਨੂੰ ਦਸਤਾਰ ਦੇਣੀ ਬਣਦੀ ਹੈ। ਕੋਰਾਵਰ ਕੇ ਕੋਰਾਵਰ ਨੇ ਕੀਨ ਸਟਾਰ। ਹੇ ਮਹਾਰਾਜ, ਹੇ ਗੁਰੂ ਗਰੀਬ ਨਿਵਾਜ, ਆਪ ਜੀ ਨੇ ਕਿਸ ਤਰ੍ਹਾਂ ਵਿਚਾਰਨਾ ਕੀਤਾ ਹੈ, ਦਸਤਾਰ ਕਿਸ ਨੂੰ ਦੇਵੋਗੇ। ਪੁਰ ਕਰਤਾਰ ਦੇਨ ਕੋ ਜਾਏ। ਕਰਤਾਰਪੁਰ ਸਾਹਿਬ ਦੇਣ ਵਾਸਤੇ ਦਸਤਾਰ ਕੌਣ ਜਾਵੇ। ਅਪਰ ਨਹੀਂ ਕੋ ਬਨੈ ਉਪਾਏ। ਔਰ ਹੋਰ ਕੋਈ ਉਪਾਅ ਨਹੀਂ ਬਣ ਰਿਹਾ। ਤਿਸ ਤੇ ਸ੍ਰੀ ਹਰਿ ਰਾਏ ਛੁਟੇਰੇ। ਔਰ ਇਸ ਕਰਕੇ ਜੋ ਬਹੁਤ ਪਿਆਰੇ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਹਨ, ਧੀਰ ਸੀਲ ਗੁਣ ਵਿਖੈ ਬਡੇਰੇ। ਜੋ ਜਿਨ੍ਹਾਂ ਦੇ ਧੀਰਜਵਾਨ ਸੀਲ ਸੁਭਾਅ ਵਾਲੇ ਗੁਣਾਂ ਵਿੱਚ ਵੱਡੇ ਹਨ। ਅਸਮੰਜਸ ਲਖੀਅਤ ਸ੍ਰੀ ਗੁਰ ਜੀ। ਹੇ ਗੁਰੂ ਗਰੀਬ ਨਿਵਾਜ, ਅਸਮੰਜਸ ਦੁਬਿਧਾ ਵਾਲੀ ਗੱਲ ਜਾਣੀ ਜਾਂਦੀ ਹੈ। ਤਉ ਹਮਾਰੀ ਸੁਨੀਐ ਅਰਜੀ। ਹੇ ਮਹਾਰਾਜ, ਮਰਜ਼ੀ ਆਪ ਜੀ ਦੀ ਹੈ, ਅਰਜੀ ਸਾਡੀ ਹੈ। ਸਾਡੀ ਅਰਜੀ ਫਿਰ ਵੀ ਸੁਣਨਾ ਕਰੋ। ਅਰ ਹਮ ਲਖਿਓ ਚਹੈ ਤੁਬ ਮਰਜੀ। ਅਸੀਂ ਫਿਰ ਤੁਹਾਡੀ ਮਰਜ਼ੀ ਚਾਹੁੰਦੇ ਹਾਂ, ਅਸੀਂ ਅਰਜੀ ਕਰਦੇ ਹਾਂ, ਆਪ ਜੀ ਦੀ ਮਰਜ਼ੀ ਜਾਣਨਾ ਚਾਹੁੰਦੇ ਹਾਂ। ਲਗਪੁਰ ਹੀ ਪ੍ਰਸੰਨ ਹੈ ਹਰ ਜੀ। ਔਰ ਛੋਟੇ
ਪੋਤਰੇ ਦੇ ਉੱਪਰ ਗੁਰੂ ਸਾਹਿਬ ਜੀ ਪ੍ਰਸੰਨ ਹਨ। ਦੇਨੀ ਬਿਨੈ ਬਿਨੈ ਦਸਤਾਰ, ਔਰ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਸਤਾਰ ਦੇਣੀ ਬਣਦੀ ਹੈ, ਵਡਿਆਈ ਕੇ ਉਚਿਤ ਉਦਾਰ। ਕਿਉਂਕਿ ਵਡਿਆਈ ਦੇ ਯੋਗ ਹਨ, ਉਦਾਰ ਚਿੱਤ ਵਾਲੇ ਹਨ। ਮੁਖ ਪ੍ਰਸੰਨ ਰਹਿ ਵਿਕਸਿਓ ਸਦਾ, ਔਰ ਸਦਾ ਮੁਖ ਪ੍ਰਸੰਨ ਰਹਿੰਦਾ, ਹਮੇਸ਼ਾ ਖਿੜੇ ਰਹਿੰਦੇ ਹਨ। ਧੀਰਜ ਸਹਿਤ ਗਹੀਰ ਸੋਰਿਦਾ, ਧੀਰਜ ਦੇ ਸਹਿਤ ਹਿਰਦਾ ਗੰਭੀਰ ਹੈ। ਸਭ ਸੋ ਬੋਲਤ ਮਿਰਧਲ ਸੁਭਾਉ, ਸਾਰਿਆਂ ਦੇ ਤਾਈ ਮੁੱਠੇ ਬੋਲ ਬੋਲਦੇ ਹਨ। ਮਤਸਰ ਆਦ ਕੁਤਰਕ ਨ ਕਾਉ, ਔਰ ਕਿਸੇ ਦੇ ਨਾਲ ਕੁਤਰਕ ਨਹੀਂ, ਈਰਖਾ ਨਹੀਂ ਕਰਦੇ। ਸੁਨ ਸਤ ਗੁਰ ਦੋਨੋਂ ਸਮਝਾਏ, ਔਰ ਗੁਰੂ ਸਾਹਿਬ ਜੀ ਨੇ ਉਹ ਸਾਰਿਆਂ ਨੂੰ ਸਮਝਾਉਣਾ ਕੀਤਾ। ਧੀਰ ਮਲ ਦੇ ਗੁਣ ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਣ ਵਰਣਨ ਕਰਕੇ ਸੁਣਾਏ। ਬੜ ਬੜਿਆਈ ਉਚਿਤ ਸੁਹਾਏ, ਔਰ ਵੱਡੀ ਵਡਿਆਈ ਯੋਗ ਨੂੰ ਦੇਣਾ ਬਣਦਾ ਹੈ। ਸਭ ਕੁਟੰਬ ਤੇ ਇਨਕੇ ਭਾਗ, ਔਰ ਸਾਰਿਆਂ ਤੋਂ ਉੱਚੇ ਭਾਗ ਹਨ ਇਹਨਾਂ ਦੇ। ਜਾਣੇ ਪਰ ਬੜੇ ਅਬ ਜਾਗ, ਔਰ ਜਾਣ ਪੈਂਦਾ ਕਿ ਹੁਣ ਵੱਡੇ ਭਾਗ ਹਨ ਇਹਨਾਂ ਦੇ, ਤਖਤ ਤੇ ਬੈਠਣ ਦੇ ਲਾਇਕ ਇਹੀ ਹਨ। ਬੜੇ ਗੁਰਨ ਸੰਗ ਪ੍ਰਿਥਿਆ ਦਵੈਸੇ, ਵੱਡੇ ਗੁਰੂ ਸਾਹਿਬ ਜੀ ਦੇ ਨਾਲ ਜਿਵੇਂ ਪ੍ਰਿਥੀ ਚੰਦ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਗੁਰੂ ਪਿਤਾ ਜੀ ਦੇ ਨਾਲ ਬੈਰ ਵਿਰੋਧ ਕਰਦਾ ਰਿਹਾ, ਬੋਲ ਕੁਬੋਲ ਬੋਲਦਾ ਰਿਹਾ। ਜਦੋਂ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗੁਰਿਆਈ ਦਿੱਤੀ ਤਾਂ ਇਹ ਝਗੜਾ ਕਰਨ ਲੱਗਿਆ। ਉਸ ਵੇਲੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਸਾਰੰਗ ਰਾਗ ਵਿੱਚ ਸ਼ਬਦ ਉਚਾਰਨ ਕੀਤਾ। ਸਾਰੰਗ ਮਹੱਲਾ ਚੌਥਾ ਕਰ ਦੂਜਾ। ਕਾਹੇ ਪੂਤ ਝਗਰਤ ਹੋ ਸੰਗ ਬਾਪ, जिनके जने बडीरे तुम हो 300 झगरत पाप। जिस धन का तुम गर्व करत हो 100 धन किसे न आप। जिमें ਪ੍ਰਿਥੀ ਚੰਦ ਆਪਣੇ ਗੁਰੂ ਪਿਤਾ ਜੀ ਦੇ ਨਾਲ ਬੈਰ ਵਿਰੋਧ ਕਰਦਾ ਰਿਹਾ, ਇਸੇ ਤਰ੍ਹਾਂ ਧੀਰ ਮਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਬੈਰ ਵਿਰੋਧ ਕਰਦਾ ਰਿਹਾ। ਬੜੇ ਗੁਰਨ ਸੰਗ ਪ੍ਰਿਥਿਆ ਦਵੈਸੇ, ਵੱਡੇ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਨਾਲ ਪ੍ਰਿਥੀ ਚੰਦ ਈਰਖਾ ਦਵੈਸ ਰੱਖਦਾ ਰਿਹਾ। ਨਾ ਸੁਧਰਿਓ ਬੈ ਬਿਤੀ ਅਸੇਸੀ, ਸਾਰੀ ਉਮਰ ਬਤੀਤ ਹੋ ਗਈ ਪਰ ਸੁਧਰਿਆ ਨਹੀਂ। ਤਥਾ ਧੀਰ ਮਲ ਮਤ ਸਰ ਧਰ ਧਰ, ਇਸੇ ਤਰ੍ਹਾਂ ਧੀਰ ਮਲ ਵੀ ਈਰਖਾ ਧਾਰ ਧਾਰ ਕੇ ਹੋਏ ਅਧੀਰਜ ਹੈ ਰਹਿ ਜਰ ਜਰ। ਅਧੀਰਜ ਹੋ ਕੇ ਧੀਰਜ ਤੋਂ ਰਹਿਤ ਹੋ ਕਰਕੇ ਔਰ ਈਰਖਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਤਿਸੀ ਮਨਿੰਦ ਖੋਟ ਭੋ ਬੋਵੈ, ਔਰ ਇਸੇ ਤਰ੍ਹਾਂ ਜਿਵੇਂ ਪ੍ਰਿਥੀ ਚੰਦ ਨੇ ਕੀਤਾ, ਤਿਸੀ ਮਨੰਦ ਖੋਟ ਬਹੁ ਬੋਵੈ, ਖੋਟ ਰੂਪੀ ਬੀਜ ਬੀਜਦਾ ਹੈ। ਗੁਰ ਘਰ ਤੇ ਨਿਆਰੋ ਤਿਮ ਹੋਵੈ, ਗੁਰੂ ਘਰ ਤੋਂ ਇਹ ਵੱਖਰਾ ਹੋ ਗਿਆ। ਸਿਰ ਪਰਮੇਸ਼ਰ ਇਮਹੀ ਭਾਵੈ, ਅਕਾਲ ਪੁਰਖ ਵਾਹਿਗੁਰੂ ਨੂੰ ਐਵੇਂ ਹੀ ਭਾਉਂਦਾ ਹੈ। ਸਭ ਮੈਂ ਹਰੀ ਰਾਏ ਵਡਿਆਵੈ, ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਰਿਆਂ ਦੇ ਵਿੱਚ ਸਿੱਖ ਸੰਗਤਾਂ ਵਿੱਚ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਵਡਿਆਉਂਦੇ ਹਨ। ਨਹੀਂ ਅਪਰ ਕੇ ਹੈ ਕੁਛ ਹਾਥ, ਹੋਰ ਕਿਸੇ ਦੇ ਹੱਥ ਵਿੱਚ ਨਹੀਂ ਹੈ। ਮਾਨੂ ਕੈ ਕੁਛ ਨਾਹੀ ਹਾਥ, ਕਰ ਹੈ ਕਰਾਵਹਿ ਸ੍ਰੀ ਜਗਨਾਥ। ਕਰਨ ਕਰਾਉਣ ਵਾਲੇ ਸ੍ਰੀ ਜਗਨਾਥ, ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਕਰਨ ਕਰਾਵਨੇ ਆਪੇ ਆਪ, ਮਾਨੂ ਕੈ ਕੁਛ ਨਾਹੀ ਹਾਥ। ਆਜ ਲਗਹਿ ਸਗਰੂ ਦਰਬਾਰਾ, ਅੱਜ ਸਾਰਾ ਦਰਬਾਰ ਲੱਗਿਆ ਹੈ। ਬੈਠਾ ਰੋ ਇਨ ਸਭਾ ਮਝਾਰਾ, ਔਰ ਇਹਨਾਂ ਨੂੰ ਸਤਿਕਾਰ ਦੇ ਸਹਿਤ ਗੁਰੂ ਹਰਿਰਾਏ ਸਾਹਿਬ ਜੀ ਨੂੰ ਸਭਾ ਵਿੱਚ ਬਿਠਾਉਣਾ ਕਰੋ। ਇਹੋ ਦਸਤਾਰ ਬੰਧਾਵਨ ਕੀਜੈ, ਦਸਤਾਰ ਦੇਣੀ ਕਰੋ, ਦਸਤਾਰ ਬੰਦੀ ਦੀ ਰਸਮ ਅਦਾ ਕਰੋ। ਸਭ ਬੈਠਵਾ ਬਹੁ ਮਹਿ ਦਿਖ ਰੀਜੈ, ਔਰ ਸਾਰਿਆਂ ਦੇ ਵਿੱਚ ਬੈਠਾ ਕਰਕੇ ਆਦਰ ਸਤਿਕਾਰ ਦੇ ਨਾਲ ਦਸਤਾਰ ਬੰਦੀ ਦੀ ਰਸਮ ਕਰੋ। ਸੁੰਦਰ ਪਰਮਾਨੰਦ ਤਬ ਆਏ, ਕਦੋਂ ਭੱਲੇ ਕੁਲ ਦੇ
अंश बंश बाबा सुंदर जी बाबा परमानंद जी आए। सादर अपने निकट बिठाए। सादर पूर्वक अपने कोल बिठाया गुरु जी ने। पूजे दातू सुत नह आयो। और पूछा कि दातू जी दे सपुत्र नहीं आए। कहाँ काज जिस मह बिरमायो। केड़े काम विच उलझे रहे फसे रहे। सुन गुर ते सब बिखै बतावा। बाबा सुंदर जी ते बाबा परमानंद जी ने सुन के सारियां दे विखे इउं सुना के कहया। ਧੀਰ ਮਲ ਜਿਮ ਚਹਿਤ ਹਟਾਵਾ। जिवें धीर मल ने हटाया रोक लिया छल बल करके चतुराई करके। ਪਹਿਲਾਂ ਤਾਂ ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਨੂੰ ਵੀ ਰੋਕਿਆ ਕਿ ਤੁਸੀਂ ਸਾਡੇ ਪਾਸ ਇੱਥੇ ਹੀ ਰਹੋ, ਕੀਰਤਪੁਰ ਜਾ ਕੇ ਕੀ ਲੈਣਾ। ਪਰ ਉਹ ਦੋਨੇ ਨਹੀਂ ਰੁਕੇ ਕਿ ਅਸੀਂ ਤਾਂ ਜੰਗ ਯੁੱਧ ਦੇ ਦੌਰਾਨ ਵੀ ਗੁਰੂ ਸਾਹਿਬ ਜੀ ਨੂੰ ਮਿਲਦੇ ਰਹੇ ਹਾਂ, ਸਾਨੂੰ ਤੁਰਕਾਂ ਦਾ ਕੋਈ ਭੈ ਨਹੀਂ। ਜਦੋਂ ਦੇਖਿਆ ਕਿ ਬਾਬਾ ਸੁੰਦਰ ਜੀ ਤੇ ਪਰਮਾਨੰਦ ਜੀ ਇਹ ਸਾਡੇ ਆਖੇ ਨਹੀਂ ਲੱਗਦੇ ਤਾਂ ਦਾਤੂ ਜੀ ਦੇ ਸਪੁੱਤਰ ਨੂੰ ਰੋਕ ਲਿਆ ਛਲ ਬਲ ਕਰਕੇ। ਇਸ ਕਰਕੇ ਉਹ ਨਹੀਂ ਆਏ। ਹਮਨੇ ਕਪਟ ਜਾਣ ਤੇ ਲੀਨ। ਅਸਾਂ ਨੇ ਧੀਰ ਮਲ ਦਾ ਕਪਟ ਜਾਣ ਲਿਆ। ਕਹਿਓ ਬਹੁਤ ਨਹਿ ਮਾਨਿਓ ਚੀਨ। ਔਰ ਬਥੇਰਾ ਉਹ ਕਹਿੰਦਾ ਰਿਹਾ ਪਰ ਅਸੀਂ ਨਹੀਂ ਮੰਨੇ। ਨਿਸਮਹਿ ਦਾਤੂ ਸੁਤ ਸਮਝਾਇਓ। ਰਾਤਰੀ ਨੂੰ ਚਤੁਰਾਈ ਕਰਕੇ ਦਾਤੂ ਜੀ ਦੇ ਪੁੱਤਰ ਨੂੰ ਸਮਝਾਇਆ ਧੀਰ ਮਲ ਨੇ। ਚਤੁਰਾਈ ਛਲ ਸਾਥ ਹਟਾਇਓ। ਚਤੁਰਾਈ ਅਤੇ ਛਲ ਬਲ ਦੇ ਨਾਲ ਕਰਕੇ ਹਟਾ ਲਿਆ ਰੋਕ ਲਿਆ। ਨਿਕਟ ਆਪਨੇ ਰਾਖਿਓ ਤਾਹੇ। ਔਰ ਕਰਤਾਰਪੁਰ ਸਾਹਿਬ ਆਪ ਦੇ ਕੋਲ ਰੱਖ ਲਿਆ ਧੀਰ ਮਲ ਨੇ। ਮੁਝ ਤੇ ਬਿਨ ਕਹਿ ਕੇ ਢਿਗ ਜਾਹੇ। ਮੁਝ ਤੇ ਬਿਨ ਕਹਿ ਕੇ ਢਿਗ ਜਾਏ। ਮੈਥੋਂ ਬਿਨਾ ਕਿਹਦੇ ਪਾਸ ਤੁਸੀਂ ਜਾਓਗੇ, ਕੀਰਤਪੁਰ ਸਾਹਿਬ ਜਾ ਕੇ ਕੀ ਲੈਣਾ ਹੈ। ਵੱਡੋ ਪੁੱਤਰ ਮੈਂ ਉਚਿਤ ਵਡਾਈ। ਔਰ ਵੱਡਾ ਪੁੱਤਰ ਮੈਂ ਹਾਂ, ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਮੈਂ ਹਾਂ, ਵਡਿਆਈ ਦੇ ਯੋਗ ਮੈਂ ਹਾਂ। ਨਿਕਟ ਗ੍ਰੰਥ ਤੇ ਲਈ ਗੁਰਾਏ। ਔਰ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਜਿਸ ਕਰਕੇ ਮੈਂ ਵਡਿਆਈ ਲੈਂਦਾ ਹਾਂ, ਗੁਰੂ ਬਣ ਕੇ ਪੂਜਾ ਕਰਵਾਉਂਦਾ ਹਾਂ। ਅਹ ਪਿਤਾਮਾ ਕੇਤਕ ਦਿਨ ਕੇ। ਔਰ ਪਿਤਾਮਾ ਦਾਦਾ ਗੁਰੂ ਜੀ ਕਿੰਨੇ ਦਿਨ ਤੱਕ ਰਹਿਣਗੇ। ਮੈਂ ਪੁਜਵਾਵੋ ਪੁਨ ਗੁਰ ਬਨ ਕੈ। ਉਹਨਾਂ ਦੇ ਪਰਲੋਕ ਗਮਨ ਤੋਂ ਮਗਰੋਂ ਮੈਂ ਗੁਰੂ ਬਣ ਕੇ ਬਹਿ ਜਾਵਾਂਗਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਕੋਲ ਹਨ ਔਰ ਉਹਨਾਂ ਦਾ ਆਸਰਾ ਲੈ ਕੇ ਮੈਂ ਗੁਰੂ ਬਣ ਕੇ ਪੂਜਾ ਕਰਵਾਵਾਂਗਾ। ਕੌਣ ਹਟਾਇਸ ਕੈ ਗੁਰ ਆਈ। ਔਰ ਮੇਰੀ ਗੁਰਿਆਈ ਕੌਣ ਹਟਾ ਸਕਦਾ ਹੈ। ਗ੍ਰੰਥ ਪ੍ਰਤਾਪ ਸਾਥ ਮੈਂ ਪਾਈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਤਾਪ ਮੈਂ ਪਾਇਆ ਹੈ। ਇਤਿਆਦਿਕ ਬਾਕਨ ਕੋ ਕਹਿ। ਇਤਿਆਦਿਕ ਧੀਰ ਮਲ ਨੇ ਗੱਲਾਂ ਕੀਤੀਆਂ। ਗਰਭ ਵਿਸਾਲ ਹਿਰਦੇ ਜਿਸ ਜਿਸ ਦੇ ਹਿਰਦੇ ਵਿੱਚ ਬਹੁਤ ਭਾਰੀ ਹੰਕਾਰ ਹੈ, ਭਰਿਆ ਹੋਇਆ ਹੈ। ਸੁਨ ਭਾਨਾ ਸਾਹਿਬ ਤੇ ਆਦ। ਔਰ ਭਾਈ ਭਾਨਾ ਸਾਹਿਬ ਤੋਂ ਬਾਅਦ ਸਾਰੇ ਸਿੱਖਾਂ ਨੇ ਸੁਣਿਆ। ਸੁਣ ਕਰਕੇ ਕਪਟ ਜਾਨ ਤਿਸ ਭੇ ਬਿਸਮਾਦ। ਧੀਰ ਮਲ ਦਾ ਕਪਟ ਜਾਣ ਕੇ ਬੜੇ ਹੈਰਾਨ ਹੋਏ। ਦੇਖੋ ਕਹਾਂ ਦਵੈਸ ਉਪਜਾਇਓ। ਦੇਖੋ ਧੀਰ ਮਲ ਨੇ ਕਿਵੇਂ ਦਵੈਸ ਈਰਖਾ ਪੈਦਾ ਕੀਤਾ ਹੈ। ਮਨ ਮਤ ਤੇ ਨਿਜ ਗੁਰੂ ਬਣਾਇਓ। ਮਨਮਤ ਕਰਕੇ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ। ਇਮ ਸੁਨ ਕੈ ਨਿਸਚੈ ਸਭ ਧਾਰਾ। ਇਉਂ ਸੁਣ ਕਰਕੇ ਸਾਰਿਆਂ ਨੇ ਨਿਸ਼ਚੈ ਧਾਰਿਆ ਸ੍ਰੀ ਹਰਿ ਰਾਏ ਦੇਹ ਦਸਤਾਰਾ। ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਸਤਾਰ ਦੇਣੀ ਚਾਹੀਦੀ ਹੈ। ਅੰਤਰ ਬਹਿਰ ਪ੍ਰਗਟ ਤਬ ਪਈ। ਅੰਦਰ ਬਾਹਰ ਇਹ ਸਾਰੀ ਗੱਲ ਪ੍ਰਗਟ ਹੋ ਗਈ। ਵਡਿਆਈ ਲਘੂ ਸੁਤ ਕੋਹ ਦਈ। ਔਰ ਛੋਟੇ ਸਪੁੱਤਰ ਗੁਰੂ ਹਰਿਰਾਏ ਸਾਹਿਬ ਜੀ ਨੂੰ ਵਡਿਆਈ ਦਿੱਤੀ। ਜਾਮ ਦਿਵਸ ਚੜਵੇ ਲਗ ਮਸਲਤ। ਔਰ ਪਹਿਰ ਦਿਨ ਚੜੇ ਤੱਕ ਸਲਾਹਾਂ ਕਰਦੇ ਰਹੇ। ਇਮ ਕੈ ਉਠੇ ਸੁਨਤ ਭੇ ਹਰਖਤ। ਇਉਂ ਕਹਿ ਕੇ ਉਠੇ ਸੁਣ ਕਰਕੇ ਖੁਸ਼ ਹੋ ਕਰਕੇ। ਖਾਨ ਪਾਨ ਸਭ ਹਿਨ ਤਬ ਕੀਨ। ਸਾਰਿਆਂ ਨੇ ਖਾਣਾ
ਪੀਣਾ ਕੀਤਾ। ਵਰਤੈ ਦੇਗ ਰਾਤ ਦਿਨ ਦੀਨ। ਔਰ ਦਿਨ ਰਾਤ ਉਹ ਦੇਗ ਵਰਤਦੀ ਹੈ, ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਢਰੇ ਦੁਪਹਿਰੇ ਠਾਨਤ ਤਿਆਰੀ। ਔਰ ਜਦੋਂ ਦੁਪਹਿਰਾ ਢਲਿਆ ਤੇ ਤਿਆਰੀ ਕੀਤੀ। ਸੁਧ ਮਸੰਦ ਲੈ ਸੰਗਤ ਸਾਰੀ। ਔਰ ਸਾਰੇ ਮਸੰਦਾਂ ਨੂੰ ਖਬਰ ਹੋਈ, ਉਹ ਆਪੋ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਆਏ ਮਸੰਦ। ਫਰਸ ਵਿਸਾਲ ਹੇਤ ਛਿਰਕਾਇਬ। ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦੂਰੋਂ ਨੇੜਿਓਂ ਆਈਆਂ ਹਨ, ਇਸ ਕਰਕੇ ਵੱਡਾ ਭਾਰਾ ਦੀਵਾਨ ਸਜਾਉਣ ਦਾ ਆਦੇਸ਼ ਦਿੱਤਾ ਗੁਰੂ ਸਾਹਿਬ ਜੀ ਨੇ। ਸਭਾ ਸਥਾਨ ਸੁਧ ਕਰਵਾਇਬ। ਸਭਾ ਗੁਰ ਸਭਾ ਸਥਾਨ ਨੂੰ ਸੁਧ ਕਰਵਾਇਆ। ਜਾ ਜਮ ਅਰ ਸਤਰੰਜੀ ਸੰਗ। ਸਤਰੰਜੀ ਰੰਗ ਬਿਰੰਗੇ ਸਤ ਰੰਗਾਂ ਦੀਆਂ ਔਰ ਟਾਕੀਆਂ ਲੱਗੀਆਂ ਹੋਈਆਂ ਚਾਦਰਾਂ ਜਾਜਮ ਦਰੀਆਂ ਵਿਛਾਈਆਂ ਗਈਆਂ। ਅਵਨੀ ਤਲ ਛਾਦਿਓ ਬਹੁ ਰੰਗ। ਬਹੁਤ ਰੰਗ ਬਿਰੰਗੀ ਚਾਦਰਾਂ ਦੇ ਨਾਲ ਧਰਤੀ ਢੱਕ ਦਿੱਤੀ। ਜਾਮ ਦਿਵਸ ਜਬ ਰਹਿਓ ਨਿਹਾਰੇ। ਜਦੋਂ ਪਹਿਰ ਦਿਨ ਬਾਕੀ ਰਿਹਾ ਦੇਖਿਆ, ਸ੍ਰੀ ਹਰਿ ਗੋਬਿੰਦ ਤਹਾਂ ਸਿਧਾਰੇ। ਤਦੋਂ ਦੀਵਾਨ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਧਾਰੇ। ਸੋਬਤ ਪੁੱਤਰ ਸਾਤ ਹਰ ਰਾਏ। ਔਰ ਗੁਰੂ ਸਾਹਿਬ ਜੀ ਦੇ ਨਾਲ ਛੋਟੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨਾਲ ਸੋਭ ਰਹੇ ਹਨ। ਹਾਥ ਗਹੇ ਮਿਰਧੂ ਪਹੁੰਚੇ ਜਾਏ। ਛੋਟੇ ਪੋਤਰੇ ਦਾ ਹੱਥ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਭਾ ਸਥਾਨ ਵੱਲ ਜਾ ਰਹੇ ਹਨ। ਅਤ ਸੁੰਦਰ ਮਸਨੰਦ ਡਸਾਏ। ਔਰ ਜਿੱਥੇ ਸੁੰਦਰ ਮਸਲੰਦ ਡਾਹੀ ਹੋਈ ਸੀ, ਤਿਸ ਪਰ ਥਿਰੇ ਜਾਏ ਗੋਸਾਈ। ਉਸ ਦੇ ਉੱਪਰ ਗੋਸਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾ ਬਿਰਾਜੇ। ਚਮਰਦਾਰ ਲੈ ਚਮਰ ਟੁਰਾਏ। ਸਰਦਾਰ ਨੇ ਚਵਰ ਢੁਲਾਉਣਾ ਕੀਤਾ। ਪਠੇ ਮੇਵਰੇ ਸਕਲ ਬੁਲਾਏ। ਔਰ ਮੇਵੜੇ ਅਰਦਾਸੀਏ ਭੇਜ ਕੇ ਸਭ ਸਿੱਖ ਸੰਗਤਾਂ ਨੂੰ ਸੱਦਿਆ। ਸੁਬੜ ਪੰਜ ਸੈਲੇ ਕਰ ਸੰਗ। ਔਰ 500 ਸੂਰਮੇ ਨਾਲ ਲੈ ਕਰਕੇ ਆਇਵ ਜੋਦਰਾਏ ਮੁਦ ਅੰਗ। ਔਰ ਜੋਧਰਾਏ 500 ਸੂਰਮਿਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਕੋਲ ਆਇਆ। ਪ੍ਰਥਮ ਸਭਿਨ ਤੇ ਪਹੁੰਚਿਓ ਭਾਨਾ। ਸਭ ਤੋਂ ਪਹਿਲਾਂ ਭਾਈ ਭਾਨਾ ਸਾਹਿਬ ਜੀ ਪਹੁੰਚੇ। ਸਕਲ ਸਬੰਧਨ ਆਵਨ ਠਾਨਾ। ਤੇ ਗੁਰੂ ਸਾਹਿਬ ਜੀ ਦੇ ਸਾਰੇ ਸੰਬੰਧੀ ਵੀ ਆਏ। ਰੂਪਾ ਆਏ ਚਰਨ ਗੁਰ ਲਾਗਾ। ਭਾਈ ਰੂਪਾ ਵੀ ਆਇਆ, ਗੁਰੂ ਸਾਹਿਬ ਜੀ ਦੇ ਚਰਨੀ ਲੱਗਿਆ। ਪਰਮਾਨੰਦ ਸੁੰਦਰ ਬੜ ਭਾਗਾ। ਭਾਈ ਪਰਮਾਨੰਦ ਜੀ ਬਾਬਾ ਸੁੰਦਰ ਜੀ ਵੱਡਿਆਂ ਭਾਗਾਂ ਵਾਲੇ। ਜੇ ਤੱਕ ਪਹੁੰਚੇ ਨਿਕਟ ਮਸੰਦ। ਜਿਤਨੇ ਮਸੰਦ ਕੋਲ ਪਹੁੰਚੇ ਸਨ, ਲੈ ਲੈ ਸੰਗ ਸੰਗਤਾਂ ਬ੍ਰਿੰਦ। ਔਰ ਸਭ ਆਪੋ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਲੈ ਕੇ ਮਸੰਦ ਵੀ ਪਹੁੰਚ ਗਏ। ਲਗਿਓ ਦੀਵਾਨ ਮਹਾਨ ਸਥਾਨਾ। ਮਹਾਨ ਪਵਿੱਤਰ ਸਥਾਨ ਤੇ ਵੱਡਾ ਭਾਰੀ ਦੀਵਾਨ ਲੱਗਿਆ। ਖਰੇ ਜੇ ਕੰਚਨ ਦੰਡਨ ਪਾਨਾ। ਔਰ ਹੀਰੇ ਮੋਤੀ ਜੜਤ ਜੋ ਚੋਬ ਸੀ ਲੈ ਕੇ ਸੇਖ ਖੜਾ ਹੈ। ਭਾਟ ਨਕੀਬ ਗਾਵਤੇ ਜਸ ਕੋ। ਔਰ ਭਾਟ ਤੇ ਨਕੀਬ ਗੁਰੂ ਸਾਹਿਬ ਜੀ ਦਾ ਜਸ ਗਾਇਨ ਕਰ ਰਹੇ ਹਨ। ਸਭਨ ਪ੍ਰੇਮ ਤੇ ਪਾਏ ਦਰਸ ਕੋ। ਸਾਰੇ ਪ੍ਰੇਮ ਦੇ ਸਹਿਤ ਦਰਸ਼ਨ ਪਾਉਂਦੇ ਹਨ। ਭਾਨਾ ਆਦਿਕ ਪ੍ਰੇਮ ਰਸ ਪਾ ਗਿਆ। ਭਾਈ ਭਾਨਾ ਤੋਂ ਆਦਿਕ ਸਾਰੇ ਪ੍ਰੇਮ ਰਸ ਵਿੱਚ ਰਚੇ ਹੋਏ ਹਨ। ਉਠਤ ਪਇਓ ਲੈ ਪ੍ਰਭ ਕੀ ਆਗਿਆ। ਗੁਰੂ ਗਰੀਬ ਨਿਵਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਭਾਨਾ ਸਾਹਿਬ ਜੀ ਉੱਠੇ ਹਨ। ਸ੍ਰੀ ਹਰਿ ਰਾਏ ਸੀਸ ਦਸਤਾਰ। ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸੀਸ ਤੇ ਦਸਤਾਰ। ਕਰੀ ਬੰਧਾਵਨ ਹਾਥ ਉਬਾਰ। ਹੱਥ ਉੱਚਾ ਕਰਕੇ ਉਹ ਦਸਤਾਰ ਬੰਧਾਉਣੀ ਕੀਤੀ। ਸਤਿਗੁਰ ਨਿਜ ਕਰ ਸੰਗ ਸੁਧਾਰਤ।
ਔਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਹਸਤ ਕਮਲਾਂ ਦੇ ਨਾਲ ਉਹ ਦਸਤਾਰ ਸੁਧਾਰਦੇ ਜਾਂਦੇ ਹਨ। ਨਭ ਮਹਿ ਜੈ ਜੈਕਾਰ ਉਚਾਰਤ, ਆਕਾਸ਼ ਵਿੱਚ ਦੇਵਤੇ ਜੈ ਜੈਕਾਰ ਕਰਨ ਲੱਗੇ। ਸ੍ਰੀ ਗੁਰ ਅਮਰਦਾਸ ਕੀ ਅੰਸ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਅੰਸ ਬੰਸ। ਦਈ ਭਾਗ ਸੁੰਦਰ ਅਵਤੰਸ, ਔਰ ਸੁੰਦਰ ਦਸਤਾਰ ਉਹ ਵੀ ਲੈ ਕੇ ਆਏ ਹਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਅੰਸ ਬੰਸ। ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ। ਪੁਨਹ ਮਸੰਦਨ ਅਰਪੀ ਸਭੂ, ਫਿਰ ਮਸੰਦਾਂ ਨੇ ਦਸਤਾਰ ਅਰਪਣ ਕੀਤੀ। ਜੋ ਦਰਾਏ ਪਾ ਦੇਵਤ ਤਬਹੂ, ਤਦੋਂ ਜੋਧ ਰਾਏ ਨੇ ਵੀ ਦਸਤਾਰ ਦਿੱਤੀ। ਸਨ ਬੰਦੀ ਅਰ ਸੰਗਤ ਕੇਰ, ਗੁਰੂ ਸਾਹਿਬ ਜੀ ਦੇ ਸਾਰੇ ਸੰਬੰਧੀ ਤੇ ਗੁਰੂ ਸਾਹਿਬ ਜੀ ਦੀਆਂ ਸੰਗਤਾਂ। ਅਰਪਤ ਸਗਰੇ ਲਾਗਿਓ ਢੇਰ, ਔਰ ਸਭ ਦਸਤਾਰਾਂ ਅਰਪਣ ਕਰ ਰਹੇ ਹਨ। ਦਸਤਾਰਾਂ ਦਾ ਢੇਰ ਲੱਗ ਗਿਆ। ਬਾਜਨ ਲਗੇ ਪੂਰ ਸਦੀਆਂ ਨੇ, ਔਰ ਦਰਵਾਜ਼ੇ ਤੇ ਨੌਬਤ ਵੱਜਣ ਲੱਗੇ। ਸੁਜਾਸ ਕਬੀਤਨ ਭਾਟ ਬਖਾਨੇ, ਭੱਟ ਨਕੀਬ ਜਿਹੜੇ ਹਨ ਸ੍ਰੇਸ਼ਟ ਜਸ ਗਾਇਨ ਕਰਨ ਲੱਗੇ। ਸੋਕ ਨਸਾਏ ਕੀਰ ਉਤਸਾਹੂ, ਔਰ ਸੋਗ ਦੂਰ ਹੋ ਗਿਆ, ਆਨੰਦ ਮੰਗਲਾਚਾਰ ਹੋਣ ਲੱਗਿਆ। ਆਨੰਦ ਭਾ ਸਭ ਕੇ ਉਰਮਾਹੂ, ਸਾਰਿਆਂ ਦੇ ਹਿਰਦੇ ਵਿੱਚ ਬਹੁਤ ਆਨੰਦ ਪੈਦਾ ਹੋਇਆ। ਸ੍ਰੀ ਹਰਿ ਰਾਏ ਹੱਥ ਦੇ ਦਾਨ, ਔਰ ਗੁਰੂ ਸਾਹਿਬ ਜੀ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਪਣੇ ਹੱਥੀਂ ਦਾਨ ਕਰਦੇ ਹਨ। ਮੰਗਤ ਜਨਨ ਦਿਵਾਏ ਮਹਾਨ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਛੋਟੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਦੇ ਹੱਥੀਂ ਮੰਗਤਿਆਂ ਨੂੰ, ਭੱਟਾਂ ਨੂੰ, ਨਕੀਬਾਂ ਨੂੰ ਦਾਨ ਦਿਵਾਉਂਦੇ ਹਨ। ਬਾਦ ਤੇ ਸਗਲੇ ਬਜਾਵਨ ਹਾਰੇ, ਔਰ ਸਾਰੇ ਸਾਜ਼ ਬਾਜ ਜੋ ਖੁਸ਼ੀਆਂ ਦੇ ਮੰਗਲ ਦਾਇਕ ਬਾਜੇ ਵਜਾਉਣ ਲੱਗੇ। ਲੈ ਬਖਸ਼ੀਸ ਅਸੀਸ ਉਚਾਰੇ, ਗੁਰੂ ਸਾਹਿਬ ਜੀ ਪਾਸੋਂ ਬਖਸ਼ਿਸ਼ਾਂ ਲੈ ਕਰਕੇ ਜਸ ਉਚਾਰਦੇ ਹਨ। ਹਯਨ ਆਦਿਕਨ ਦਾਸ ਵਿਸਾਲੇ, ਔਰ ਗੁਰੂ ਸਾਹਿਬ ਜੀ ਹਯਨ ਆਦਿਕਨ ਦਾਸ ਵਿਸਾਲੇ, ਜਿਤਨੇ ਘੋੜੇ ਹਨ ਘੋੜਿਆਂ ਦੀ ਰਖਵਾਲੀ ਕਰਨ ਵਾਲੇ, ਸੇਵਾ ਕਰਨ ਵਾਲੇ ਦਾਸ ਹਨ। ਬਸਤਰ ਵਿਭੂਖਣ ਲੈ ਧਨ ਜਾਲੇ, ਵਸਤਰ ਗਹਿਣੇ ਆਦਿਕ ਸਭ ਲੈ ਕਰਕੇ ਸਗਰੇ ਸ੍ਰੀ ਹਰਿ ਰਾਏ ਸਰਾਹੈ, ਸਾਰੇ ਹੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਸਰਾਹਨਾ ਕਰਦੇ ਹਨ। ਗੁਰੂ ਪੁੱਤਰ ਇਹੋ ਭਾਗ ਮਹਾਜੈ, ਗੁਰੂ ਸਪੁੱਤਰ, ਗੁਰੂ ਪੌਤਰ, ਗੁਰੂ ਸਾਹਿਬ ਜੀ ਦੇ ਪੋਤਰੇ, ਛੋਟੇ ਪੋਤਰੇ, ਛੇਵੇਂ ਪਾਤਸ਼ਾਹ ਜੀ ਦੇ ਛੋਟੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬੜੇ ਹੀ ਸੀਲ ਸੁਭਾਅ ਵਾਲੇ, ਸ਼ਾਂਤ ਬਿਰਤੀ ਵਾਲੇ ਹਨ। ਅਦਭੁਤ ਸੋਭਾ ਪਾਏ ਰਹੇ ਹੈ, ਅਦਭੁਤ ਸ਼ੋਭਾ ਪਾ ਰਹੇ ਹਨ। ਗੁਰਤਾ ਪਦ ਜਨ ਆਜ ਲਹੇ ਹੈ, ਗੁਰਤਾ ਪਦ ਅੱਜ ਪ੍ਰਾਪਤ ਕੀਤਾ ਹੈ। ਓਚਿਕ ਸਭ ਨਰਿਦੈ ਫੁਰਿਆਏ, ਅਚਾਨਕ ਸਾਰਿਆਂ ਦੇ ਹਿਰਦੇ ਵਿੱਚ ਫੁਰਨਾ ਫੁਰ ਆਇਆ। ਜਾਨੀ ਪਰੈ ਪਾਏ ਗੁਰਿਆਈ, ਔਰ ਇਉਂ ਜਾਣ ਪੈਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਛੋਟੇ ਪੋਤਰੇ ਨੂੰ ਗੁਰਿਆਈ ਦੇਣ ਦਾ ਪਹਿਲਾਂ ਹੀ ਮਨ ਬਣਾ ਲਿਆ ਸੀ। ਇਮ ਮੰਗਲ ਕਰ ਸੋਕ ਨਸਾਵਾ, ਇਉਂ ਮੰਗਲਾਚਾਰ ਕਰਕੇ ਸਾਰਾ ਸੋਗ ਦੂਰ ਕੀਤਾ। ਅੰਤਰ ਵਹਿਰ ਪ੍ਰਮੋਦ ਵਧਾਵਾ, ਅੰਦਰ ਬਹੁਤ ਖੁਸ਼ੀਆਂ ਹਨ ਔਰ ਸੋਗ ਦੂਰ ਕਰਕੇ ਹਿਰਦੇ ਵਿੱਚ ਖੁਸ਼ੀਆਂ ਧਾਰਨ ਕੀਤੀਆਂ। ਦੇਤ ਅਸੀਸਾਂ ਸ੍ਰੀ ਹਰਿ ਰਾਏ, ਸਾਰੇ ਮਿਲ ਕਰਕੇ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਅਸੀਸਾਂ ਦੇ ਰਹੇ ਹਨ। ਧੀਰ ਮਲ ਕੀ ਨਿੰਦ ਅਲਾਏ, ਧੀਰ ਮਲ ਦੀ ਨਿੰਦਾ ਕਰ ਰਹੇ ਹਨ, ਗੁਰੂ ਹਰਿਰਾਏ ਸਾਹਿਬ ਜੀ ਦੀ ਉਸਤਤ ਕਰ ਰਹੇ ਹਨ। ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰ ਮਲ ਹੈ, ਪਰ ਗੁਰੂ ਸਾਹਿਬ ਜੀ ਤੋਂ ਬੇਮੁਖ ਹੋ ਗਿਆ, ਜਿਵੇਂ ਪ੍ਰਿਥੀ ਚੰਦ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਤੋਂ ਬੇਮੁਖ ਹੋਇਆ ਸੀ। ਔਰ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਮਹਾਨ ਪੁੰਜ ਸਨ, ਉਹਨਾਂ ਦੀ ਵਡਿਆਈ ਸਿੱਖ ਸਾਰੇ ਕਰਦੇ ਹਨ। ਉਸ ਸਮੇਂ ਵੀ ਐਸਾ ਵਾਕਿਆ ਹੋਇਆ, ਦਸਤਾਰਬੰਦੀ ਦੇ ਦਿਨ ਜਦੋਂ
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸਾਰੇ ਦਸਤਾਰ ਦੇਣ ਲੱਗੇ ਤਾਂ ਉਹਨਾਂ ਸਿੱਖ ਸੰਗਤਾਂ ਰਿਸ਼ਤੇਦਾਰਾਂ ਪਾਸੋਂ ਦਸਤਾਰ ਖੋਹ ਕਰਕੇ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੱਥ ਵਿੱਚ ਜੋ ਦਸਤਾਰ ਫੜੀ ਸੀ ਉਹ ਖੋਹ ਕੇ ਪ੍ਰਿਥੀ ਚੰਦ ਨੇ ਆਪਣੇ ਸੀਸ 'ਤੇ ਸਜਾ ਲਈ ਕਿ ਦਸਤਾਰ ਮੇਰੇ ਸਿਰ 'ਤੇ ਹੋਵੇਗੀ ਅਤੇ ਸਾਰੀ ਸੰਗਤ ਮੈਨੂੰ ਗੁਰੂ ਗੁਰੂ ਮੰਨੇਗੀ। ਪਰ ਸਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੱਥਾ ਟੇਕਣ ਕਿਆ ਮੈਂ ਦਸਤਾਰ ਵੀ ਖੋਹ ਲਈ ਆਪਣੇ ਸਿਰ 'ਤੇ ਸਜਾ ਲਈ, ਫਿਰ ਵੀ ਸਾਨੂੰ ਕੋਈ ਗੁਰੂ ਨਹੀਂ ਮੰਨਦਾ, ਸਭ ਇਸੇ ਨੂੰ ਗੁਰੂ ਮੰਨਦੇ ਹਨ। ਇਸੇ ਤਰ੍ਹਾਂ ਧੀਰਮਲ ਆਇਆ ਹੀ ਨਹੀਂ, ਹਾਲਾਂਕਿ ਉਸ ਦੀ ਮਾਤਾ ਨੇਤੀ ਜੀ ਨੇ ਸਮਝਾਇਆ ਸੀ ਤੂੰ ਵੱਡਾ ਪੁੱਤਰ ਹੈ, ਦਸਤਾਰ ਲੈਣ ਦਾ ਹੱਕ ਤੇਰਾ ਹੈ, ਸਭ ਅਧਿਕਾਰ ਵੱਡੇ ਪੁੱਤਰ ਦਾ ਹੁੰਦਾ ਹੈ, ਪਰ ਨਹੀਂ ਮੰਨਿਆ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਛੋਟੇ ਪੋਤਰੇ ਨੂੰ ਦਸਤਾਰ ਵੀ ਦਿੱਤੀ ਅਤੇ ਨਾਲ ਗੁਰਿਆਈ ਵੀ ਬਖਸ਼ ਦਿੱਤੀ। ਜਦੋਂ ਗੁਰਿਆਈ ਬਖਸ਼ਣ ਦਾ ਮਨ ਬਣਾਇਆ ਅਤੇ ਮਾਤਾ ਮਰਵਾਹੀ ਜੀ ਨੂੰ ਪਤਾ ਲੱਗਿਆ ਅਤੇ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਜਦ ਪੁੱਤਰ ਜੀਵਤ ਹਨ ਤਾਂ ਪੋਤਰੇ ਨੂੰ ਕਿਉਂ ਗੁਰਿਆਈ ਦੇ ਰਹੇ ਹੋ? ਬਾਬਾ ਸੂਰਜਮਲ ਜੀ ਚਤੁਰ ਚਲਾਕ ਸਿਆਣੇ ਹਨ, ਸਾਰਿਆਂ ਦੇ ਵਿੱਚ ਚੰਗਾ ਰਸੂਖ ਹੈ, ਤੁਸੀਂ ਪੁੱਤਰ ਨੂੰ ਦਿਓ, ਪੋਤਰੇ ਨੂੰ ਕਿਉਂ ਦੇ ਰਹੇ ਹੋ? ਉਲਟੀ ਗੰਗਾ ਬਹਾ ਰਹੇ ਹੋ। ਕਿਆ ਮਰਵਾਹੀ ਜੀ ਜਿਸ ਨੂੰ ਧੁਰੋਂ ਬਖਸ਼ਿਸ਼ ਹੁੰਦੀ ਹੈ ਉਹੀ ਗੁਰਤਾ ਗੱਦੀ ਲੈਂਦਾ ਹੈ। ਅਤੇ ਮਾਤਾ ਮਰਵਾਹੀ ਜੀ ਨਾਰਾਜ਼ ਹੋ ਕਰਕੇ ਆਪਣੇ ਪੇਕੇ ਜਾਣ ਲੱਗੇ, ਆਪਣੇ ਸਾਹਿਬਜ਼ਾਦੇ ਬਾਬਾ ਸੂਰਜਮਲ ਜੀ ਨੂੰ ਨਾਲ ਲੈ ਕੇ। ਰਾਹ ਵਿੱਚ ਅਜੇ ਕੁਝ ਦੂਰੀ 'ਤੇ ਗਏ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖ ਭੇਜ ਕੇ ਸਦਵਾਇਆ। ਮਾਂ ਪੁੱਤਰ ਦੋਵੇਂ ਆਏ, ਬਾਬਾ ਸੂਰਜਮਲ ਜੀ ਅਕਾਲ ਤਖਤ 'ਤੇ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਮੱਥਾ ਟੇਕਿਆ। ਗੁਰੂ ਸਾਹਿਬ ਜੀ ਨੇ ਕਿਹਾ, ਪੁੱਤਰ ਸੂਰਜਮਲ ਤੂੰ ਗੁਰੂ ਬਣਨਾ ਚਾਹੁੰਦਾ ਹੈ? ਨਾ ਮਹਾਰਾਜ, ਮੈਂ ਤਾਂ ਸਿੱਖ ਹੀ ਰਹਿਣਾ ਚਾਹੁੰਦਾ, ਮੈਨੂੰ ਸਿੱਖੀ ਦਾਨ ਬਖਸ਼ੋ, ਮੈਂ ਗੁਰੂ ਨਹੀਂ ਬਣਨਾ ਚਾਹੁੰਦਾ। ਮੈਂ ਚੰਗਾ ਧੰਨ ਸਾਬਾਸ ਹੈ ਪੁੱਤਰ, ਤੇਰੀ ਸਿੱਖੀ ਸੇਵਕੀ ਬਹੁਤ ਵਧੇਗੀ, ਬਹੁਤ ਮਾਣ ਤਾਣ ਹੋਵੇਗਾ। ਹੁਣ ਮਾਤਾ ਨਾਨਕੀ ਜੀ ਚਿੰਤਾਤੁਰ ਹੋ ਗਏ ਕਿ ਬਾਬਾ ਸੂਰਜਮਲ ਜੀ ਨੇ ਤਾਂ ਜਵਾਬ ਦੇ ਦਿੱਤਾ, ਇਨਕਾਰ ਕਰ ਦਿੱਤਾ, ਹੁਣ ਆਪਣੇ ਸਾਹਿਬਜ਼ਾਦੇ ਨੂੰ ਗੁਰਿਆਈ ਦਿਓ ਜੋ ਇਹਨਾਂ ਦਾ ਕਿਸੇ ਦੇ ਨਾਲ ਕੋਈ ਸਾਂਝ ਨਹੀਂ ਹੈ, ਕੋਈ ਸੰਬੰਧ ਨਹੀਂ, ਬਹੁਤ ਘੱਟ ਬੋਲਦੇ ਹਨ, ਤਿਆਗੀ ਸੁਭਾਅ ਵਾਲੇ ਹਨ। ਤੇਗ ਬਹਾਦਰ ਸਾਹਿਬ ਜੀ ਬਚਪਨ ਦਾ ਨਾਮ ਤਿਆਗਮਲ ਸੀ, ਤਿਆਗੀ ਸੁਭਾਅ ਵਾਲੇ ਸਨ, ਇਸ ਕਰਕੇ ਤਿਆਗਮਲ ਨਾਮ ਸੀ। ਜਦੋਂ ਤੀਜੇ ਜੰਗ ਵਿੱਚ ਹਿੱਸਾ ਲਿਆ ਔਰ ਬਹਾਦਰੀ ਦੇ ਨਾਲ ਤੇਗ ਚਲਾਈ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਿਆਗਮਲ ਤੋਂ ਨਾਮ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ। ਕਿਹਾ ਇਸ ਨੂੰ ਗੁਰਿਆਈ ਦਿਓ। ਕਿਹਾ ਕਿ ਇਹ ਧੁਰੋਂ ਜਿਸ ਨੂੰ ਬਖਸ਼ਿਸ਼ ਹੁੰਦੀ ਹੈ ਉਹੀ ਗੁਰਿਆਈ ਲੈਂਦਾ ਹੈ। ਅਤੇ ਮਾਤਾ ਨਾਨਕੀ ਜੀ ਨਾਰਾਜ਼ ਹੋ ਗਏ। ਉਸ ਸਮੇਂ 6ਵੇਂ ਪਾਤਸ਼ਾਹ ਜੀ ਪ੍ਰਸਾਦਾ ਛਕ ਰਹੇ ਸਨ। ਪ੍ਰਸਾਦਾ ਛਕ ਕੇ ਠੰਡਾ ਸੀਤਲ ਜਲ ਛਕਿਆ, ਹੱਥ ਸੁੱਚੇ ਕੀਤੇ, ਰੁਮਾਲ ਦੇ ਨਾਲ ਹੱਥ ਪੂੰਝਦਿਆਂ ਉਹ ਰੁਮਾਲ ਮਾਤਾ ਨਾਨਕੀ ਦੀ ਝੋਲੀ ਵਿੱਚ ਸਿੱਟਦਿਆਂ ਬਚਨ ਕੀਤਾ ਕਿ ਹੇ ਨਾਨਕੀ ਤੂੰ ਚਿੰਤਾ ਕਿਉਂ ਕਰਦੀ ਹੈ? ਤੇਰਾ ਪੁੱਤਰ ਤੇਗ ਬਹਾਦਰ ਇੱਕ ਦਿਨ ਗੁਰੂ ਜ਼ਰੂਰ ਬਣੇਗਾ ਅਤੇ ਤੂੰ ਬਲੀ ਪੋਤਰੇ ਦਾ ਵੀ ਮੂੰਹ ਵੇਖੇਂਗੀ। ਹੁਣ ਸਾਡਾ ਕਹਿਣਾ ਮੰਨ ਕੇ ਤੁਸੀਂ ਬਕਾਲੇ ਪਿੰਡ ਜਾ ਕੇ ਬਸਣਾ ਕਰੋ, ਉੱਥੇ ਇੰਤਜ਼ਾਰ ਕਰੋ। ਤੇਰਾ ਪੁੱਤਰ ਤੇਗ ਬਹਾਦਰ ਇੱਕ ਦਿਨ ਗੁਰੂ ਜ਼ਰੂਰ ਬਣੇਗਾ ਅਤੇ ਬਲੀ ਪੋਤਰੇ ਦਾ ਵੀ ਮੂੰਹ ਵੇਖੇਂਗੀ। ਸੋ ਉੱਥੇ ਆ ਕਰਕੇ ਬਾਬੇ ਬਕਾਲੇ ਲਗਾਤਾਰ 26 ਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਭਾਰੀ ਤਪੱਸਿਆ ਕੀਤੀ। ਫਿਰ ਮੱਖਣ ਸਾਹ ਲੁਬਾਣੇ ਨੇ ਪ੍ਰਗਟ ਕੀਤਾ, ਗੁਰੂ ਲਾਧੋਰੇ, ਗੁਰੂ ਲਾਧੋਰੇ। ਫਿਰ 9ਵੇਂ ਗੁਰੂ ਪ੍ਰਗਟ ਹੋਏ। ਜਦੋਂ 8ਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ, ਸਿੱਖ ਸੰਗਤਾਂ ਨੇ ਪੁੱਛਿਆ ਕਿ ਅਗਲਾ ਗੁਰੂ ਕੌਣ ਹੋਵੇਗਾ? ਅਤੇ ਬਚਨ ਕੀਤਾ, ਬਾਬਾ ਬਸੈ ਜੇ ਗ੍ਰਾਮ ਬਕਾਲੇ, ਬਨਗੁਰ ਸੰਗਤ ਸਗਲ ਸੰਭਾਲੇ। ਸੰਸਾਰਿਕ ਰਿਸ਼ਤੇ ਵਿੱਚ ਬਾਬਾ ਜੀ ਲੱਗਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾਦਾ ਜੀ ਲੱਗਦੇ ਸਨ। ਬਿਨਾਂ ਨਾਮ ਲਏ ਕਿਹਾ ਸੀ, ਬਾਬਾ ਬਸੈ ਜੇ ਗ੍ਰਾਮ ਬਕਾਲੇ, ਬਨਗੁਰ ਸੰਗਤ ਸਗਲ ਸੰਭਾਲੇ। ਫਿਰ ਮੱਖਣ ਸਾਹ ਨੇ ਪ੍ਰਗਟ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ। ਇਸ ਤਰ੍ਹਾਂ ਪਹਿਲਾਂ ਪੋਤਰੇ ਨੂੰ ਗੁਰਿਆਈ ਮਿਲੀ, ਫਿਰ ਬਾਅਦ 'ਚ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਮਿਲੀ। ਸੋ ਸਾਧ ਸੰਗਤ ਜੀ, ਹੁਣ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਮਾਗਮ ਚੱਲ ਰਿਹਾ ਹੈ।
चमकौर साहिब, फतेहगढ़ साहिब और नाल ही 7, 8, 9 जनवरी नूं कलगीधर दशमेश पिता जी का महान प्रकाश उत्सव गुरपुरब आ रहा है। हुण साहिबजादियां दी शहीदी समागम सारे पंजाब में जिथे किथे तख्तां ते सिंह सभावां में सब जगह समागम चल रहा है। सो कुछ चंद मिनट साहिबजादियां दे शहीदी बारे आपां सरवण करांगे, उपरंत समाप्ति करांगे। सो जिस वेले कलगीधर दशमेश पिता जी ने आनंदपुर साहिब का किला छड्डिया, सरसा नदी दे कंढे आए, मुकाबला करते हुए सारे टुट के पै गए कि पहाड़ी राजे ते मुगल सेना और सारा परिवार खेरू खेरू हो गया। उत्थे सरसा नदी दे कंढे परिवार विछोड़ा साहिब है, जिथे परिवार सारा खेरू खेरू हो गया। 2 बड़े साहिबजादे ते 40 सिंह जड़े सन गुरु कलगीधर दशमेश पिता जी दे नाल चलते चलते चमकौर साहिब आए, ते 2 छोटे साहिबजादे जड़े हैं वो माता गुजर जी दे नाल और गंगू ब्राह्मण मिल पिया, वो अपने पिंड सहेड़ी लैके आउंदा है। जदों गुरु साहिब जी चमकौर उत्थे छोटी जी गढ़ी सी, उस भी ठिकाना किया 10 लाख का घेरा पिया होया, पहाड़ी राजे ते मुगल सेना। उत्थे गुरु साहिब जी ने पहला जो वचन किया सी कि 1.25 लाख से एक लड़ाऊँ तबै गोबिंद सिंह नाम कहाऊँ, ये वचन चमकौर साहिब सफल किया सी, पूरा किया सी। जो वचन किया वो पूरा किया। और भाई मोहकम सिंह द्वारे 5 प्यारियां जो भाई मोहकम सिंह ने गुरु साहिब जी का यह वचन पूरा किया मैदाने जंग में जाके। और वो भुखे तिहाए जड़े 40 सिंह हैं, कई दिनों तो भोजन नसीब नहीं होया सी, लंगर नसीब नहीं होया सी, फिर भी जंग युद्ध वास्ते तैयार होए। बाबा अजीत सिंह साहिब जी ने कहा गुरु पिता जी नूं मैनू आग्ञा दिओ, मैं जाके दुश्मनां दे नाल जंग करदा। थापड़ा दे के भेजिया, दस्तार सजाई, कलगी सजा के थापड़ा दे के भेजिया और 5 सिख नाल भेजे। और जांदियां होया बाबा अजीत सिंह जी ने कहा कि हे पिताजी, नाम है अजीत मेरा, जीता नहीं जाऊंगा, जीता गया घर तो जीता नहीं आऊँगा। मेरा नाम अजीत है, मैं जित्या नहीं जावांगा, जे जित्या गया तो मैं जिंदा नहीं आवांगा, वापस मुड़ के नहीं आवांगा। शहीद हो गए। उपरांत बाबा जुझार सिंह जी भी शहीद हो गए, उन्होंने भी आज्ञा मंगी, तैयार बर तैयार करके थापड़ा दे के भेजिया। फिर उत्थे भाई मोहकम सिंह नूं कहा कि साडा वचन पूरा करके आओ, जो मैं वचन किया 1.25 लाख से एक लड़ाऊँ तबै गोबिंद सिंह नाम कहाऊँ। भाई मोहकम सिंह जी तैयार होए और 10 लाख के घेरे विच मुगलों के नाल और टाकरा किया, कईयां दे आहू लाए, अखीर में शहीदी का जाम पी गए। इधर छोटे साहिबजादियां नूं लै करके गंगू अपने पिंड सहेड़ी आया और उस तो पहला एक मलाह के घर माता जी साहिबजादियां दे नाल पनाह लई सी, उसने सेवा की और उसने प्रसादा छकाया सी। माता जी ने थैली चों कुछ मोहरां देनियां चाहिए पर उसने नहीं लईयां, ते वो मोहरां गंगू ब्राह्मण ने देख लिया कि माता जी के पास बहुत सारा खजाना है। वो लालच करके लोभ समा गया, अपने घर ले आया। तो माँ उसकी वो माँ नूं कहंदा है कि माँ देख कौन आए ने। गुरु गोबिंद सिंह जी दे माता जी ते छोटे साहिबजादे बाबा जोरावर सिंह, बाबा फतेह सिंह जी आए हैं। उसने मोहरां देख लईयां सन, लोभ समा गया सी कि माँ प्रसादा तैयार करन लगी है, आ मैं जहर की पूड़ी ले आया, ये आटे च रला दे, ये खाणगे मर जाणगे, सारी माया सी साਂਭ लवांगे। कहा ओए पापिया,
ਤੂੰ ਕਹਿਰ ਨਾ ਕਮਾ। ਇਹ ਗੁਰੂ ਸਾਹਿਬ ਜੀ ਦੇ ਛੋਟੇ ਛੋਟੇ ਲਾਲ ਹਨ, ਗੁਰੂ ਸਾਹਿਬ ਜੀ ਦੀ ਮਾਤਾ ਜੀ ਹਨ। ਤੂੰ ਤੇਰੇ ਮਨ 'ਚ ਖਿਆਲ ਕਿਵੇਂ ਆਇਆ? ਵੱਡੇ ਤੋਂ ਵੱਡੇ ਪਾਪੀਆਂ ਦੇ ਮਨ 'ਚ ਵੀ ਇਹ ਖਿਆਲ ਨਹੀਂ ਆਉਂਦਾ, ਤੇਰੇ ਮਨ 'ਚ ਖਿਆਲ ਕਿਵੇਂ ਆ ਗਿਆ? ਇਹ ਕਹਿਰ ਨਾ ਕਮਾਈ। ਪਰ ਕਿਹਾ ਚੱਲ ਕੋਈ ਨਹੀਂ। ਜਦੋਂ ਰਾਤ ਨੂੰ ਪ੍ਰਸਾਦਾ ਛਕਿਆ, ਦੋਵੇਂ ਪੋਤਿਆਂ ਨੂੰ ਨਾਲ ਲੈ ਕੇ ਮਾਤਾ ਗੁਜਰ ਕੌਰ ਜੀ ਵਿਸ਼ਰਾਮ ਕਰਨ ਲੱਗੇ। ਸਿਰਹਾਣੇ ਮੋਹਰਾਂ ਦੀ ਥੈਲੀ ਹੈ। ਗੰਗੂ ਬ੍ਰਾਹਮਣ ਨੇ ਸਹਿਜੇ ਉਹ ਥੈਲੀ ਚੁੱਕ ਲਈ। ਸਵੇਰ ਹੋਈ, ਮਾਤਾ ਜੀ ਨੇ ਪੁੱਛਿਆ, ਪੁੱਤਰ ਗੰਗੂ ਮਾਇਆ ਕਿਧਰੇ ਸਾਂਭ ਕੇ ਰੱਖ ਲਈ ਹੈ? ਮਾਤਾ ਜੀ ਨੇ ਚੁੱਕਦਿਆਂ ਦੇਖ ਲਿਆ ਸੀ। ਕਿਹਾ ਮਾਇਆ ਸਾਂਭ ਕੇ ਰੱਖ ਲਈ ਹੈ, ਚੱਲ ਕੋਈ ਨਹੀਂ, ਮਾਂ ਔਰ ਪੁੱਤਰ ਵਿੱਚ ਕੋਈ ਫਰਕ ਨਹੀਂ ਹੁੰਦਾ, ਜੇ ਤੂੰ ਸਾਂਭ ਕੇ ਰੱਖ ਲਈ ਚੰਗੀ ਗੱਲ ਹੈ। ਕਿਹਾ ਕਿ ਮੈਂ ਤੁਹਾਡੀ ਮਾਇਆ ਮੈਂ ਦੇਖੀ ਨਹੀਂ, ਹੱਥ ਵੀ ਨਹੀਂ ਲਾਇਆ, ਤੁਸੀਂ ਐਵੇਂ ਮੈਨੂੰ ਚੋਰ ਠਹਿਰਾ ਰਹੇ ਹੋ। ਨਾਲੇ ਤਾਂ ਮੈਂ ਪਨਾਹ ਦਿੱਤੀ, ਸ਼ਰਨ ਦਿੱਤੀ, ਫਿਰ ਮੈਨੂੰ ਚੋਰ ਠਹਿਰਾ ਰਹੇ ਹੋ। ਮੈਂ ਸੂਬੇ ਦੀ ਕਚਹਿਰੀ ਵਿੱਚ, ਤੁਰਕਾਂ ਦੀ ਕਚਹਿਰੀ ਵਿੱਚ ਫਰਿਆਦ ਕਰਾਂਗਾ ਔਰ ਤੁਹਾਨੂੰ ਫੜਵਾ ਕੈਦ ਕਰਵਾ ਦਿਆਂਗਾ ਪੋਤਿਆਂ ਦੇ ਸਹਿਤ। ਉਸ ਦੀ ਮਾਂ ਨੇ ਵੀ ਬਹੁਤ ਡਾਂਟਿਆ ਪਰ ਉਹ ਨਾ ਮੰਨਿਆ। ਮਾਤਾ ਜੀ ਵੀ ਕਹਿਣ ਲੱਗੇ ਤੈਨੂੰ ਮਾਇਆ ਦੀ ਲੋੜ ਹੈ, ਥੈਲੀ ਰੱਖ ਲੈ। ਜਦੋਂ ਗੁਰੂ ਗੋਬਿੰਦ ਸਿੰਘ ਮੇਰਾ ਪੁੱਤਰ ਜਦੋਂ ਮਿਲੇਗਾ ਤੈਨੂੰ ਹੋਰ ਮਾਇਆ ਦਵਾ ਦਿਆਂਗੀ, ਪਰ ਤੂੰ ਮੁਗਲਾਂ ਨੂੰ ਇਹ ਖਬਰ ਨਾ ਕਰੀ। ਪਰ ਉਸਨੇ ਜਾ ਕਰਕੇ ਮੋਰਿੰਡੇ ਥਾਣੇਦਾਰ ਨੂੰ ਖਬਰ ਕੀਤੀ ਕਿ ਸਾਡੇ ਘਰ ਦੋ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਠਹਿਰੇ ਹੋਏ ਹਨ। ਉਹਨਾਂ ਜਾਨੀ ਖਾਂ ਅਤੇ ਮਾਨੀ ਖਾਂ ਥਾਣੇਦਾਰ ਆਏ, ਕੈਦ ਕਰਕੇ ਗੱਡਿਆਂ 'ਤੇ ਬਿਠਾ ਕੇ ਲੈ ਗਏ ਔਰ ਕਿਸ ਤਰ੍ਹਾਂ ਫਿਰ ਪੇਸ਼ੀ ਕੀਤੀ ਸੂਬਾ ਸਰਹੰਦ ਦੀ ਕਚਹਿਰੀ ਵਿੱਚ। 11 ਪੋਹ ਨੂੰ ਕਚਹਿਰੀ ਵਿੱਚ, 10 ਪੋਹ ਨੂੰ ਮੁਰਿੰਡੇ ਆਏ, 11 ਪੋਹ ਨੂੰ ਕਚਹਿਰੀ ਵਿੱਚ ਹਾਜ਼ਰ ਹੋਏ ਅਤੇ ਪ੍ਰਲੋਭਨ ਦਿੱਤਾ ਕਿ ਤੁਸੀਂ ਇਸਲਾਮ ਕਬੂਲ ਕਰ ਲਓ, ਤੁਸੀਂ ਆਪਣੀ ਜਾਨ ਕਿਉਂ ਗਵਾਉਂਦੇ ਹੋ, ਸਾਡਾ ਕਹਿਣਾ ਮੰਨ ਲਓ। ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤ ਹਾਂ, ਐ ਸੂਬਿਆ ਜੋ ਤੂੰ ਕਰਨਾ ਕਰ ਲੈ, ਪਰ ਅਸੀਂ ਸਿੱਖੀ ਨਹੀਂ ਛੱਡਣੀ, ਅਸੀਂ ਸਿੱਖੀ ਸਿਦਕ ਕਮਾ ਕੇ ਔਰ ਸਾਰਿਆਂ ਨੂੰ ਪ੍ਰੇਰਨਾ ਦੇ ਕੇ ਜਾਵਾਂਗੇ, ਜੋ ਤੂੰ ਕਰਨਾ ਕਰ ਲੈ। ਬਹੁਤ ਪ੍ਰਲੋਭਨ ਦਿੱਤੇ ਪਰ ਨਾ ਮੰਨੇ। ਮਾਤਾ ਗੁਜਰ ਕੌਰ ਜੀ ਨੇ ਵੀ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸੁਣਾ ਕੇ ਪੱਕਾ ਕਰ ਦਿੱਤਾ ਸੀ, ਦ੍ਰਿੜ ਕਰ ਦਿੱਤਾ ਸੀ, ਪਰ ਉਹ ਵਜੀਦਾ ਜਿਹੜਾ ਸੀ ਉਹ ਨਾ ਮੰਨਿਆ। ਕਾਜ਼ੀਆਂ ਮੌਲਾਣਿਆਂ ਤੋਂ ਪੁੱਛ ਕੇ ਫਤਵਾ ਲਗਾਇਆ, ਜਿਉਂਦਿਆਂ ਨੀਹਾਂ 'ਚ ਚਿਣਨ ਵਾਸਤੇ ਹੁਕਮ ਦਿੱਤਾ। ਸੋ ਕਿਸ ਤਰ੍ਹਾਂ ਜਿਉਂਦੇ ਨੀਹਾਂ ਵਿੱਚ ਚਿਣੇ ਗਏ ਦੋ ਛੋਟੇ ਸਾਹਿਬਜ਼ਾਦੇ। ਇੱਕ ਉਰਦੂ ਦੇ ਸ਼ਾਇਰ ਨੇ ਬਹੁਤ ਸੋਹਣਾ ਕਿਹਾ ਹੈ, ਇਤਿਹਾਸ ਤਾਂ ਬਹੁਤ ਵਿਸਥਾਰ ਵਿੱਚ ਹੈ ਪਰ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਟੂਕ ਮਾਤਰ ਸੰਖੇਪ ਵਿੱਚ ਇਹ ਕਥਾ ਸੁਣਾਈ ਹੈ। उर्दू ਦੇ एक शायर ने कहा, जिनके मुंह सूंघने से दूध की बू आती थी, जिनके मुंह सूंघने से दूध की बू आती थी, ऐसे मासूम कौम के रहबर निकले। ऐसे छोटे जिन्हां दे मूँह सूंघण नाल दुध दी खुशबू आउंदी सी, वो छोटे निक्के निक्के 9 साल ते 7 साल दे ऐसे मासूम कौम दे रहबर निकले। सो शहीदी समागम चल रहा है साहिबजादियां दा। सो कल नूं कलगीधर दशमेश पिता जी दे जो अवतार धारण की कथा आपां सरवण करांगे। सो आओ, समा समाप्त है, 2 मिनट वाहिगुरु गुर मंत्र की हाज़री लाइए, उपरंत समाप्ति है। कोई रसना वांझी ना रहे, सारे माई भाई जपिए वाहिगुरु 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 वाहिगुरु
ਗੁਰੂ ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹਿ ਜਮਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਇਮ ਮੰਗਲ ਕਰ ਸੋਕ ਨ ਸਾਵਾ ਅੰਤਰ ਬਹਿਰ ਪ੍ਰਮੋਦ ਵਧਾਵਾ ਦੇਤ ਅਸੀਸਾਂ ਸ੍ਰੀ ਹਰਿ ਰਾਏ ਧੀਰ ਮਲ ਕੇ ਨਿੰਦ ਅਲਾਏ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।